Hello students. So recently ਅਸੀਂ dual nature of radiation and matter ਜਿਹੜਾ ਟੌਪਿਕ ਸੀ ਉਹ ਸਟੱਡੀ ਕਰਕੇ ਹਟਿਆ। ਉਸ ਚੈਪਟਰ ਦੇ ਵਿੱਚ ਅਸੀਂ ਇਹ ਚੀਜ਼ ਸਟੱਡੀ ਕੀਤੀ ਹੈ ਕਿ ਕਿੱਦਾਂ ਜੋ ਸਾਡੀ ਲਾਈਟ ਰੇਡੀਏਸ਼ਨ ਐਂਡ ਐਜ਼ ਅ ਮੈਟਰ ਦੋਨੋਂ ਅਸੀਂ ਕੰਸੀਡਰ ਕਰਕੇ ਚੱਲਦੇ ਹਾਂ। ਨਾਓ ਸਾਡਾ ਅੱਜ ਨਵਾਂ ਯੂਨਿਟ ਐਂਡ ਨਵਾਂ ਚੈਪਟਰ ਸ਼ੁਰੂ ਹੋ ਰਿਹਾ ਹੈ जिसनों असी कह रहे हैं एटम। यूनिट का नेम है एटम्स एंड न्यूक्लियाई एंड अज असी एटम्स करांगे, एटम दा पार्ट्स करांगे। असी छोटियां क्लासेस तो ही पढ़ते आ रहे हैं एटम के बारे असी बहुत कुछ पढ़िया। एक्चुअली दिस इज ऑल थ्योरी पार्ट एंड ਇਹਦੇ ਵਿੱਚ ਅਸੀਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਿੱਖਾਂਗੇ ਐਂਡ ਜਦੋਂ ਤੋਂ ਹੀ ਅਸੀਂ ਆਪਣੀ ਫਿਜ਼ਿਕਸ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਅਸੀਂ ਐਟਮ ਨਿਊਕਲੀਆਈ ਇਹ ਸਾਰੀਆਂ ਚੀਜ਼ਾਂ ਬਾਰੇ ਪੜ੍ਹਿਆ, ਠੀਕ ਹੈ। ਤੇ ਐਟਮ ਤੁਸੀਂ ਆਪਣੀਆਂ ਛੋਟੀਆਂ ਕਲਾਸਿਸ ਦੇ ਵਿੱਚ ਵੀ ਪੜ੍ਹ ਕੇ ਆਏ ਹੋ ਤੇ ਐਟਮ ਦੇ ਵਿੱਚ ਤੁਸੀਂ ਦੇਖਿਆ ਵੀ ਹੈ ਕਿ ਹੁੰਦਾ ਕੀ ਹੈ। ਸਭ ਤੋਂ ਪਹਿਲਾਂ ਐਟਮਸ ਦੇ ਵਿੱਚ ਜਿਹੜੀ ਥਿਊਰੀ ਦਿੱਤੀ ਸੀ ਉਹ ਥੌਮਸਨ ਨੇ ਦਿੱਤੀ ਸੀ। ਥੌਮਸਨ ਨੇ 1898 ਦੇ ਵਿੱਚ ਇਹ ਕਿਹਾ ਸੀ, ਤੁਹਾਨੂੰ ਬਿਲਕੁਲ ਸਮਝ ਆ ਜਾਏਗਾ ਕੀ ਕਿਹਾ ਸੀਗਾ ਕਿ ਪੋਜ਼ਿਟਿਵਲੀ ਚਾਰਜਡ ਸਫੀਅਰ ਹੈ, ठीक है, ਉਹਦੇ ਉੱਪਰ so many negatively charged electrons ਜਿਹੜੇ ਨੇ spread ਹੋਏ ਨੇ, ਠੀਕ ਹੈ। ਇਹ ਸਾਨੂੰ ਕਿਹਾ ਸੀਗਾ, ਤੁਸੀਂ ਦੇਖ ਸਕਦੇ ਹੋ this yellow colors are of electrons and ਪੂਰਾ ਜਿਹੜਾ ਨੀਚੇ ਵਾਇਲਟ ਪਿੰਕ ਕਲਰ ਹੈ ਉਹ ਕੀ ਹੈ ਪੋਜ਼ਿਟਿਵਲੀ ਚਾਰਜਡ ਸਫੀਅਰ ਹੈ ਨਾ। ਤੇ ਜਸਟੀਫਾਈ ਉਹਨੇ ਕਿਵੇਂ ਕੀਤਾ ਸੀ ਕਿ ਜਿੰਨਾ ਪੋਜ਼ਿਟਿਵ ਚਾਰਜ ਸਫੀਅਰ ਦੇ ਉੱਤੇ ਉਨੇ ਹੀ ਇਲੈਕਟ੍ਰੋਨਸ ਹੋਣਗੇ ਤੇ ਇਹ ਇਲੈਕਟ੍ਰੀਕਲੀ ਕੀ ਰਹਿੰਦੇ ਆ, ਨਿਊਟਰਲ ਰਹਿੰਦੇ ਆ। ਇਹਨੂੰ ਅਸੀਂ ਪਲਮ ਪੁਡਿੰਗ ਮਾਡਲ ਕਹਿੰਦੇ ਆ। ਕਿਉਂ? ਕਿਉਂਕਿ ਸਾਨੂੰ ਅਸੀਂ ਇਹ ਦੇਖਦੇ ਹਾਂ ਕਿ ਜਿਵੇਂ ਵਾਟਰਮੈਲਨ ਦੇ ਵਿੱਚ ਸੀਡਸ ਹੁੰਦੇ ਨੇ ਜਾਂ ਫਿਰ ਪਲਮ ਹੈ ਸਾਡੇ ਕੋਲ ਉਹਦੀ ਪੁਡਿੰਗ ਦੀ ਤਰ੍ਹਾਂ ਇਹ ਸਾਨੂੰ ਦਿਖਦਾ, ਇਸ ਕਰਕੇ ਅਸੀਂ ਇਹਨੂੰ ਪਲਮ ਪੁਡਿੰਗ ਮਾਡਲ ਵੀ ਬੋਲਦੇ ਹਾਂ, ਬੇਸਿਕਲੀ ਗਿਵਨ ਬਾय ਥੌਮਸਨ, ਠੀਕ ਹੈ। ਬਟ ਇਹ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਵੀ ਚੀਜ਼ ਹਮੇਸ਼ਾ ਚੱਲੇ, ਤਾਂ ਇਹਦੀਆਂ ਕੁਝ ਲਿਮਿਟੇਸ਼ਨਸ ਸੀਗੀਆਂ। ਜੋ ਲਿਮਿਟੇਸ਼ਨਸ ਨੇ ਉਹ ਕੀ ਨੇ? First of all, it could not explain the origin of several spectral line in the case of hydrogen and other atoms. क्यों? ਅਸੀਂ ਸਭ ਤੋਂ ਪਹਿਲਾਂ ਜਦੋਂ ਵੀ ਕਿਸੇ ਵੀ ਐਟਮ ਦੀ ਗੱਲ ਕਰਦੇ ਹਾਂ ਤਾਂ ਅਸੀਂ ਹਾਈਡਰੋਜਨ ਨੂੰ ਲੈ ਕੇ ਚੱਲਦੇ ਹਾਂ। ਵਾਈ ਹਾਈਡਰੋਜਨ? ਕਿਉਂਕਿ ਸਭ ਤੋਂ ਸਮੋਲੈਸਟ ਜਿਹੜਾ ਸਾਡੇ ਕੋਲ ਪਾਰਟੀਕਲ ਹੈ ਤੇ ਅਸੀਂ ਉਹਦੀਆਂ ਜਦੋਂ ਸਪੈਕਟਰਲ ਲਾਈਨਸ ਦੀ ਗੱਲ ਕਰੀਏ, ਸਪੈਕਟਰਲ ਸੀਰੀਜ਼ ਦੀ ਗੱਲ ਕਰੀਏ, ਤਾਂ ਅਸੀਂ ਜਦੋਂ ਸਭ ਤੋਂ ਬੇਸਿਕ ਚੀਜ਼ ਦੀ ਗੱਲ ਮਤਲਬ ਸਟੱਡੀ ਕਰ ਲੈਂਦੇ ਹਾਂ ਤਾਂ ਅਸੀਂ ਉਸ ਤੋਂ ਬਾਅਦ ਉਹਦੀਆਂ ਮਲਟੀਪਲ ਚੀਜ਼ਾਂ ਨੂੰ ਮਤਲਬ ਬੜੇ ਐਟਮਸ ਨੂੰ ਐਕਸਪਲੇਨ ਕਰਨ ਦੇ ਲਈ ਈਜ਼ੀ ਰਹਿੰਦਾ। ਬਟ ਥੌਮਸਨ ਮਾਡਲ ਦੀ ਇਹ ਲਿਮਿਟੇਸ਼ਨ ਸੀ ਕਿ ਹਾਈਡਰੋਜਨ ਦੇ ਸਪੈਕਟਰਲ ਲਾਈਨਸ ਨੂੰ ਵੀ ਐਕਸਪਲੇਨ ਨਹੀਂ ਕਰ ਸਕਿਆ ਸੀਗਾ, ਠੀਕ ਹੈ। It could not explain the several spectral series in the case of hydrogen and other atoms. ਸਭ ਤੋਂ ਪਹਿਲਾਂ ਇਹਨੇ ਹਾਈਡਰੋਜਨ ਨੂੰ ਹੀ ਨਹੀਂ ਸੀ ਕੀਤਾ, that means ਬਾਕੀਆਂ ਨੂੰ ਤਾਂ ਕੀਤਾ ਹੀ ਨਹੀਂ ਸੀ, ਠੀਕ ਹੈ। ਉਸ ਤੋਂ ਬਾਅਦ it failed to explain the large angle scattering of alpha particles. ਰੁਦਰਫੋਰਡ ਨੇ ਐਕਸਪੈਰੀਮੈਂਟ ਕੀਤਾ ਸੀ, ਇਸ ਤੋਂ ਬਾਅਦ ਜਾ ਕੇ ਉਹਨੇ ਅਲਫਾ ਪਾਰਟੀਕਲ ਸਕੈਟਰਿੰਗ ਐਕਸਪੈਰੀਮੈਂਟ ਕੀਤਾ ਜੋ ਕਿ ਸਾਡੇ ਥੌਮਸਨ ਮਾਡਲ ਨੇ ਐਕਸਪਲੇਨ ਨਹੀਂ ਕਰ ਪਾਇਆ ਸੀ। ਸੋ ਦਿਸ ਇਜ਼ ਆਲਸੋ ਦਾ ਲਿਮਿਟੇਸ਼ਨ ਆਫ ਦਾ ਥੌਮਸਨ ਮਾਡਲ। ਅਲਫਾ ਪਾਰਟੀਕਲ ਸਕੈਟਰਿੰਗ ਹੈ ਜਿਹੜੀ ਉਹ ਰੁਦਰਫੋਰਡ ਨੇ ਐਕਸਪਲੇਨ ਕੀਤੀ ਸੀ। ਰੁਦਰਫੋਰਡ ਦਾ ਜਿਹੜਾ ਇਹ ਐਕਸਪੈਰੀਮੈਂਟ ਹੈ ਤੁਸੀਂ ਬੇਸਿਕਲੀ ਆਪਣੇ ਬੇਸਿਕ ਸਟੱਡੀਜ਼ ਦੇ ਵਿੱਚ ਪੜ੍ਹ ਕੇ ਹੀ ਆਏ ਹੋ। ਲੈਡ ਦਾ ਇੱਕ ਬਾਕਸ ਸੀ, ਬਿਸਮਥ ਔਰ ਰੈਂਡਮ ਦਾ ਜਿਹੜਾ ਸਾਡੇ ਕੋਲ ਸੋਰਸ ਸੀ, ਉਹਨਾਂ ਨੇ ਫਿਰ ਥਿਨ ਗੋਲਡ ਫੋਇਲ ਲਈ ਔਰ ZNS ਦੀ ਸਕਰੀਨ ਲਈ, ਜਿਹਦੇ ਵਿੱਚ ਕੀ ਹੋਇਆ, ਐਲਫਾ ਪਾਰਟੀਕਲ ਆਇਆ, ਥਿਨ ਗੋਲਡ ਫੋਇਲ ਤੇ ਪਿਆ, ਟਕਰਾ ਕੇ ਜ਼ਿੰਕ ਸਕਰੀਨ ਤੇ ZNS ਸਕਰੀਨ ਤੇ ਪੈਂਦਾ, ਠੀਕ ਹੈ। ਫਿਰ ਸੈਕਿੰਡ ਐਂਡ ਥਰਡ ਐਂਡ ਦੈਨ ਗੋ ਬੈਕ, ਹੈ ਨਾ। ਇਹ ਅਲਫਾ ਸਕੈਟਰਿੰਗ ਐਕਸਪੈਰੀਮੈਂਟ ਸੀਗਾ, ਤੁਸੀਂ ਸਾਰਿਆਂ ਨੇ ਇਹ ਚੀਜ਼ ਪੜ੍ਹ ਵੀ ਰੱਖੀ। ਹੁਣ ਇਸ ਐਕਸਪੈਰੀਮੈਂਟ ਦਾ ਜਿਹੜਾ ਸਾਡੇ ਕੋਲ ਸਿਗਨੀਫਿਕੈਂਟ ਹੈ ਉਹ ਕੀ ਹੈ ਸਾਨੂੰ ਪਤਾ ਹੋਣਾ ਚਾਹੀਦਾ। ਬੇਸਿਕਲੀ ਐਕਸਪੈਰੀਮੈਂਟ ਅਲਫਾ ਪਾਰਟੀਕਲਸ ਨੂੰ ਲੈ ਕੇ ਕੀਤਾ ਗਿਆ ਸੀ। ਤਾਂ ਉਹਦੇ ਵਿੱਚ ਕੀ ਕੀਤਾ ਸੀ, ਅਸੀਂ ਥਿਨ ਗੋਲਡ ਫੋਇਲ ਦੇ ਉੱਤੇ ਜਿਹੜਾ ਅਲਫਾ ਪਾਰਟੀਕਲ ਹੈ ਉਹਨੂੰ ਕੋਲਾਈਡ ਕਰਵਾਉਂਦੇ ਆ। ਤਾਂ ਕੀ ਹੋ ਰਿਹਾ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਕੀ ਰਿਹਾ ਹੈਗਾ ਆ, ਮਤਲਬ ਅਲਫਾ ਪਾਰਟੀਕਲ ਦੇ ਵਿੱਚੋਂ ਬੀਮ ਆਈ, डिफ्लेक्ट होगी, कुछ निकल गई, ठीक है।
कुछ स्ट्रेट निकल गई, कुछ साइड नो डिफ्लैक्ट होगी, कुछ डिफ्लैक्ट बैक होगी। दैट मीनस व्हाट, दैट मीनस इन्हें कुछ एक्सप्लेन किया जिहड़ा कि सानू एटम बारे दसदा, एटम दे बारे दसदा। वो की दसदा तुसी इस नैक्सट जिहड़ी एनीमेशन आ उहदे तो देख सकते हो। सपोज असी गोल्ड एटम लैने आ, ठीक है, उहदे ते अल्फा पार्टिकल ਸਕੈਟਰ ਕਰਵਾਉਣਾ, ਉਹਦੇ ਇਨ ਬਿਟਵੀਨ ਕੀ ਹੈ, ਨਿਊਕਲੀਅਸ ਹੈ। ਐਟਮ ਬਾਰੇ ਤੁਹਾਨੂੰ ਪਤਾ ਹੈ, ਨਿਊਕਲੀਅਸ ਬਾਰੇ ਤੁਹਾਨੂੰ ਪਤਾ ਹੈ, ਠੀਕ ਹੈ। सपोज अल्फा पार्टिकल आ रहा, स्ट्रेट निकल गया है ना, दैट मीन्स कोई डिफ्लैक्शन नहीं जदों तक उस न्यूक्लियस दे अंदर नहीं आया, ठीक है, कोई डिफ्लैक्शन नहीं। सेकंड, जदों न्यूक्लियस दी बिल्कुल बाउंड्री तो गया तो देयर इज सम डिफ्लैक्शन, ठीक है। फिर अ लिटिल डिफ्लैक्शन, जदों इस न्यूक्लियस नूं टकराया वापस चला गया। ਇਹਦੇ ਤੋਂ ਤੁਸੀਂ ਕੀ ਇਮੇजिन कर सकते हो, देखो तो ਅਸੀਂ ਕੀ ਇਮੇजिन कर सकते हैं कि एटम ਦੇ अराउंड बहुत सारी ਜਿਹੜੀ स्पेस है वो खाली है, ठीक है, जिथों ਜਿਹੜਾ पार्टिकल है, ਜਿਹੜਾ अल्फा पार्टिकल है वो डिफ्लैक्ट होके चला जाता है ना। क्यों? क्योंकि ਉਹਨੂੰ मतलब कोई ऐदा दी फोर्स ही नहीं मिलती जिदे करके वो वापस जा सके या कुछ भी, है ना। तो ਇਹਦਾ मतलब की है, इथों स्ट्रेट निकल गया बिना डिफ्लैक्शन दे, है ना। मोस्ट ऑफ द अल्फा पार्टिकल पास स्ट्रेट फ्रॉम द फॉइल, ठीक है। सो मोस्ट ऑफ द स्पेस विद इन द एटम मस्ट बी एम्प्टी, मतलब ਇਹਦੀ की है, ਜਿਹੜੀ स्पेस है अराउंड इट मस्ट बी एम्प्टी, बहुत ही ज्यादा ਜਿਹੜੀ स्पेस है वो खाली है। नैक्सट की है कि ਜਿਹੜਾ जिथों जाके ये वापस जा रहा, आ वाला अल्फा पार्टिकल वापस मुड़ गया, दैट मीन्स व्हाट, दैट मीन्स व्हाट के वो बहुत ही पॉजिटिवली चार्जड स्पेस है जिहड़ी उहनूं बाउंस बैक करती है ना, जिहड़ी उहनूं बिल्कुल उल्टा भेज दिंदी है। क्यों? क्योंकि उत्थे जाके बिल्कुल की हुंदा, रिपल्शन हुंदी है ते वापस आ जांदा, ठीक है। तो असीं ये देख सकते हैं बिल्कुल ही इत्थे की हो रही है, रिपल्शन हो रही है, ठीक है। फिर वही गल है, विदाउट डिफ्लैक्शन है जिहड़ा ओह निकल रहा, ठीक है। इहदा मतलब की है, इहदा मतलब यही है कि जेड़ा मोस्ट ऑफ द अल्फा पार्टिकल है वो स्ट्रेट निकल रहा, दैट मीन्स एटम दे अराउंड एक इदां दी स्पेस है जिहड़ी कि एम्प्टी है। दूसरा की है कि जेड़े लार्ज स्कैटरिंग, लार्ज एंगल ते जिहड़ी स्कैटरिंग हो रही है वो की है, कॉन्सनट्रेटेड टू वेरी अ स्मॉल रीजन, मतलब जेड़ा इहदे अंदर आ बहुत ही छोटा जिहा स्मॉल जिहा रीजन है, सिर्फ इत्थे ही है जिहड़ी मेरी वो लार्ज एंगल ते डिफ्लैक्शन हो रही है, मतलब 180 डिग्री ते वापस ही आ रहा, ठीक है। ये चीज किने एक्सप्लेन की, इहने रदरफोर्ड ने एक्सप्लेन की, ठीक है। उन्हें उहदे तो बाद इस एंगल दे उत्ते एंगल एंड किन्ने नंबर ऑफ पार्टिकल्स ने जिहड़े ओह ਸਕੈਟਰ ਹੋਏ ਨੇ, ਉਹਨਾਂ ਦਾ ਇੱਕ ਗ੍ਰਾਫ ਪਲਾਟ ਕੀਤਾ ਜੋ ਕਿ ਇਸ ਤਰੀਕੇ ਦੇ ਨਾਲ ਹੁੰਦਾ, ਠੀਕ ਹੈ। ਹੁਣ ਸਿਗਨੀਫੀਕੈਂਸ ਜਿਹੜੀ ਅਸੀਂ ਇਹਦੀ ਪੜ੍ਹਦੇ ਹਾਂ ਉਹੀ ਚੀਜ਼ ਹੈ ਕਿ ਮੋਸਟ ਆਫ ਦਾ ਅਲਫਾ ਪਾਰਟੀਕਲ ਪਾਸ ਥਰੂ ਦਾ ਗੋਲਡ ਫਾਇਲ, ਸੋ ਮੋਸਟ ਆਫ ਦਾ ਸਪੇਸ ਮਸਟ ਬੀ ਐਮਪਟੀ। ਹੁਣੇ ਅਸੀਂ ਇਹ ਚੀਜ਼ ਪੜ੍ਹ ਕੇ ਹਟੇ ਹਾਂ। ਸੈਕਿੰਡ, to explain the large angle scattering alpha particle, it is suggested that all the positive charge and the mass of the atom is concentrated in a small region, jehda which positive hai unki assi bol denne ha nucleus of the atom, and the size of the nucleus is very small as compared to the size of atom. pure atom de comparison de vich nucleus da size bahut chota hunda, theek hai। and the nucleus is surrounded by the suitable number of electron, ode around suitable number of electrons hunde ne, so that their total negative charge is equals to the total positive charge in the nucleus of the atom, and whole is electrically neutral, ठीक है। This is the significant results from the Rutherford experiment। Rutherford ने experiment किया जेड़ा कि तुहानू इत्थे दस्सिया तुसी आ वाली सारी चीज उन्हें एक्सपेरिमेंट किया, ਉਹਦੇ ਤੋਂ ਉਹਨੇ ਇਹ ਵਾਲੀ ਚੀਜ਼ ਕਨਕਲੂਡ ਕੀਤੀ ਔਰ ਇਹ ਵਾਲਾ ਪਲਾਟ ਕੀਤਾ। ਬੇਸਿਕਲੀ ਸਾਨੂੰ ਇਹਦੀਆਂ ਸਿਗਨੀਫੀਕੈਂਸ ਹੈ ਜਿਹੜੀਆਂ ਉਹ ਪਤਾ ਹੋਣੀਆਂ ਚਾਹੀਦੀਆਂ ਨੇ। ਉਸ ਤੋਂ ਬਾਅਦ ਸਾਡੇ ਕੋਲ ਦੋ ਤਿੰਨ ਡੈਫੀਨੇਸ਼ਨਸ ਆਉਂਦੀਆਂ ਨੇਗੀਆਂ। ਪਹਿਲੀ ਹੈਗੀ ਆ ਡਿਸਟੈਂਸ ਆਫ ਕਲੋਜ਼ੈਸਟ ਅਪਰੋਚ। ਡਿਸਟੈਂਸ ਆਫ ਕਲੋਜ਼ੈਸਟ ਅਪਰੋਚ ਜਿੱਦਾਂ ਕਿ ਇਹਦਾ ਜਿਹੜਾ ਨਾਮ ਹੀ ਆ ਉਹੀ ਚੀਜ਼ ਨੂੰ ਕਲੀਅਰ ਕਰ ਰਿਹਾ ਕਿ ਕੀ ਹੋਇਆ ਹੋਵੇਗਾ। ਹੁਣ सपोज करो कि जेड़ा मेरे को अल्फा पार्टिकल है उदा मास m है, जेड़ा साडा
ਐਟਮ ਦੇ ਵੱਲ ਨੂੰ ਆ ਰਿਹਾ ਸੀਗਾ, ਠੀਕ ਹੈ। ਉਹਦੀ ਇਨੀਸ਼ੀਅਲ ਵੈਲੋਸਿਟੀ v ਸੀ ਟੂਵਰਡਸ ਦਾ ਨਿਊਕਲੀਅਸ ਵੱਲ ਨੂੰ ਆਉਂਦੇ ਹੋਏ ਉਹਦੀ ਵੈਲੋਸਿਟੀ ਕਿੰਨੀ ਸੀ v। ਐਜ਼ ਇਟ ਅਪਰੋਚਸ ਟੂ ਦਾ ਪੋਜ਼ਿਟਿਵ ਨਿਊਕਲੀਅਸ ਤੱਕ ਪਹੁੰਚਦਾ ਇਟ ਐਕਸਪੀਰੀਐਂਸਸ ਆ ਕੋਲੰਬਿਕ ਰਿਪਲਸ਼ਨ। ਜਦੋਂ ਨਿਊਕਲੀਅਸ ਦੇ ਕੋਲ ਉਹ ਆਇਆ ਉਹਨੇ ਨਿਊਕਲੀਅਸ ਤੋਂ ਰਿਪਲਸ਼ਨ ਪਾਈ, ਜਿਹੜੀ ਆ ਦੇਖੋ ਤੁਸੀਂ ਇੱਥੇ ਦੇਖਿਆ ਨਾ, ਦਿਸ ਵਨ v ਵੈਲੋਸਿਟੀ ਦੇ ਨਾਲ ਆਇਆ, ਰਿਪੈਲ ਹੋ ਕੇ ਵਾਪਸ ਚਲਾ ਗਿਆ, v ਵੈਲੋਸਿਟੀ ਦੇ ਨਾਲ ਆਇਆ, ਰਿਪੈਲ ਹੋ ਕੇ ਵਾਪਸ ਚਲਾ ਗਿਆ, ਹੈ ਨਾ। ਇਹੀ ਚੀਜ਼ ਹੋ ਰਹੀ ਸੀਗੀ। ਹੁਣ ਜਿਹੜੀ ਉਹ ਰਿਪਲਸ਼ਨ ਹੋ ਰਹੀ ਹੈ, ਠੀਕ ਹੈ, रिपल्शन इट्स काइनेटिक एनर्जी गेट प्रोग्रेसिवली रिड्यूस्ड, खत्म हो गई उत्थे जाके जदों दे कोल पहुंचिया। एट द सम पॉइंट इट रीट्रेसेस द पाथ, गया ते वापस आ गया। द डिस्टेंस RO इज कॉल्ड द डिस्टेंस ऑफ क्लोजेस्ट अप्रोच, मतलब किन्नी अल्फा पार्टिकल न्यूक्लियस दी किन्नी नेड़े तक जाके वापस आ सकता, ओ डिस्टेंस नूं असीं R0 बोल दिंदे आ, ठीक है। क्योंकि उत्थे जाके जिहड़ी इहदी पूरी काइनेटिक एनर्जी सी वो किहदे च कन्वर्टेड हो जाती है, इलैक्ट्रोस्टैटिक पोटेंशियल एनर्जी दे विच कन्वर्टेड हो जाती है। हुण अल्फा पार्टिकल है, अल्फा पार्टिकल ते चार्ज क्या है +2e, दैट मीनस 2 प्रोटोन है, ठीक है। न्यूक्लियस दे उत्ते कितना चार्ज है Ze, सारिਆਂ ਨੂੰ पता, आपां पहलां पढ़ ही चुके हैं। अल्फा पार्टिकल बेसिकली आ प्रोटोन पॉजिटिव चार्ज है, इलैक्ट्रॉन ਉਹਦੇ ਵਿੱਚੋਂ ਕੱਢ ਲਏ ਹੋਏ ਨੇ, ठीक है। ਹੁਣ ਕਾइनेटिक एनर्जी किहदे इक्वल हुंदी है, हाफ mv v मैक्स स्क्वायर दे इक्वल हुंदी है। पोटेंशियल एनर्जी आपां नूं पता किहदे इक्वल है, k q1 q2 बाय r0। r0 की है डिस्टेंस ऑफ क्लोजेस्ट अप्रोच, है ना। तो इहनूं असीं की लिख सकते हैं, q1 क्या हो गया अपने कोल, q1 इज 2e, है ना, q1 इज 2e, q2 इज Ze, तो दैट मीन्स क्या हो गया 2Ze स्क्वायर इंटू k बाय r0, है ना। हुण कंजर्वेशन ऑफ एनर्जी क्या कहती है, काइनेटिक एनर्जी इज इक्वल्स टू पोटेंशियल एनर्जी, दैट मीन्स हाफ mv स्क्वायर इज इक्वल्स टू 2kZe स्क्वायर बाय r0। तो इत्थों असीं r0 दी वैल्यू कढ ली। r0 की सी अपने कोल डिस्टेंस ऑफ क्लोजेस्ट अप्रोच सी, कितना आ गया 4kZe स्क्वायर बाय mv स्क्वायर। हुण आ चीज तो तुहानूं क्लीयरली पता चल जाएगा। दिस व्हाट इज दिस इज एटम, दिस इज न्यूक्लियस। व्हेन द अल्फा पार्टिकल इज कमिंग and retraces its path back, then the distance, this distance R0 is the distance of closest approach. This is R0, this is R0, R0 is the distance of closest approach। हुण जेड़ा ये अल्फा पार्टिकल आ रहा सीगा, इहदी काइनेटिक एनर्जी जदों ये इत्थे पहुंचिया, इत्थे ते इत्थे आके इहदी जिहड़ी काइनेटिक एनर्जी बिल्कुल की हो जाती है, 0 हो जाती है ना। जो काइनेटिक एनर्जी बिल्कुल 0 हो जाती है तो पोटेंशियल एनर्जी चेंज हो जाती है। ताही असी काइनेटिक एनर्जी इज इक्वल्स टू पोटेंशियल एनर्जी करके उहदा की कड्ढिया, रिलेशन कड्ढिया। इहदे विच k q1 q2, q1 असी की लिया चार्ज ऑफ अल्फा पार्टिकल, दूसरा चार्ज ऑफ द न्यूक्लियस। न्यूक्लियस से सानू पता चार्ज ऑफ न्यूक्लियस क्या हुंदा Ze, एंड चार्ज ऑन दिस अल्फा पार्टिकल इज 2e, क्लियर। सो this R0 is the distance of closest approach। next जिहड़ी साडी definition ਉਹ ਕਾਦੀ ਹੋਏਗੀ, impact parameter ਦੀ। same ਉਹੀ ਚੀਜ਼ ਹੈ। it is defined as the perpendicular distance of the velocity vector of the alpha particle, ਜਿਹੜਾ alpha particle ਆ ਰਿਹਾ from the center of the nucleus when it is far away from the atom, ਜਦੋਂ atom ਤੋਂ बहुत ज़्यादा दूर है। The shape of the trajectory of alpha particle depend upon the impact parameter and the nature of potential field and is denoted by V। ਤੁਸੀਂ ਹੁਣ ਜਦੋਂ ਇਹਦੀ animation ਦੇਖੋਗੇ ਤੁਸੀਂ ਇਹਨੂੰ clearly समझ लोगे। ਆਪਾਂ देख ਲੈਣੇ ਆ ਹੁਣੇ। सो ਅਸੀਂ ਇਸ ਨੂੰ ਇੱਕ ਫਾਰਮੂਲਾ ਦੇ ਨਾਲ represent ਕਰਦੇ ਆ। This formula is given by 1/4 pi epsilon Ze square cot theta by 2 by half mv square, that means kinetic energy, ठीक है। हुण इस एक्सपेरीमेंट मतलब असी जो रदरफोर्ड ने एक्सपेरीमेंट किया सी ਉਹਦੇ ਤੋਂ ਇਹ ਚੀਜ਼ਾਂ ਨੋਟ ਕੀਤੀਆਂ ਗਈਆਂ। ਕੀ ਚੀਜ਼ਾਂ ਨੋਟ ਕੀਤੀਆਂ ਗਈਆਂ ਕਿ ਜੇ ਇੰਪੈਕਟ ਪੈਰਾਮੀਟਰ ਲਾਰਜ ਹੈ ਤਾਂ ਰਿਪਲਸਿव फोर्स ऑन अल्फा पार्टिकल इज वीक,
ठीक है, ते पार्टिकल है जिहड़ा ओह ऑलमोस्ट अनडिफ्लैक्टेड जाएगा। सैकेंड की है कि जे साडा जिहड़ा इंपैक्ट पैरामीटर है ओह स्मॉल है तो फोर्स की होएगी, लार्ज होएगी, ते अल्फा पार्टिकल है जिहड़ा ओह लार्ज एंगल दे नाल डिफ्लैक्ट करेगा। ठीक है, और अगर मेरे कोल उस अल्फा पार्टिकल दा न्यूक्लियस दे नाल हेड ऑन कोलिजन होंदा, मतलब डायरेक्ट जाके टकराउंदा, दैट मीन्स उत्थे इंपैक्ट पैरामीटर की है बिल्कुल जीरो है। दैट मीन्स की होएगा वो डिफ्लैक्ट होएगा, ऑलमोस्ट रीट्रेस कर लेगा अपने पाथ ਨੂੰ। दैट मीन्स वो डिफ्लैक्ट होएगा 180 एंगल ਦੇ ਉੱਤੇ। ਇਸ ਨੂੰ ਅਸੀਂ ਐਨੀਮੇਸ਼ਨ ਦੇ ਵਿੱਚ ਸਮਝਦੇ ਹਾਂ। ਇਹ ਕੀ ਸੀ, ਆਪਣੇ ਕੋਲ ਐਟਮ ਸੀ, ਉਹਦੇ ਅੰਦਰ ਕੀ ਸੀ, ਨਿਊਕਲੀਅਸ ਸੀ। ਦਿਸ ਇਜ਼ ਐਟਮ, ਅੰਦਰ ਕੀ ਹੈ, ਨਿਊਕਲੀਅਸ। ठीक है, ਸਾਨੂੰ ਪਤਾ ਕਿ अल्फा पार्टिकल आया और अनडिफ्लैक्टेड मतलब अ लिटल डिफ्लैक्टेड निकल गया। ठीक है, हुण जेड़ा मेरा डिफ्लैक्शन निकल गया मैं ओनू एक स्ट्रेट लाइन दे विच अगे रिप्रोड्यूस कीता। ठीक है, और मैं हुण अगर इस मतलब डिफ्लैक्शन दे उत्ते टेंजेंट ड्रॉ कर दिनी आ तो जेड़ा मेरा इहदे नाल एंगल बनदा वो की बनदा, थीटा। ठीक है, जेड़ा असीं इत्थे कॉट थीटा ले रहे हैं, दिस थीटा। क्लीयर, हुण मेरे कोल आर नॉट की सीगा, आर नॉट की सी मेरे कोल, हुणे आपां पिछे पढ़िया सीगा डिस्टेंस ऑफ क्लोजेस्ट अप्रोच। डिस्टेंस ऑफ क्लोजेस्ट अप्रोच किया। हुण देखो साडे कोल अल्फा पार्टिकल इस साइड तो आ रहे ने हर बार, जिहड़ा अल्फा पार्टिकल आ रहा वो न्यूक्लियस दे विच मतलब एटम दे विच जा रहा, जिहड़ा न्यूक्लियस दे नाल बिल्कुल न्यूक्लियस दे हेड ऑन कोलिजन करदा। हेड ऑन कोलिजन मीनस इधरों आया डायरेक्ट इहदे उत्ते ही टकराउंदा ते वापस चला जाऊगा। जिहड़ा ये डिस्टेंस जो डिस्टेंस ऑफ क्लोजेस्ट अप्रोच सी, जिहड़ा आ चला गया ये इत्थों ते लेके इत्थे तक दा डिस्टेंस जिहड़ा मेरा हुंदा ओनू असीं बोलदे आ इंपैक्ट पैरामीटर। ठीक है, दिस इज इंपैक्ट पैरामीटर। ठीक है, हुण तुसीं इहदी डेफिनेशन नूं पढ़ो। दिस इज द परपेंडिकुलर डिस्टेंस ऑफ द वेलोसिटी वेक्टर ऑफ अल्फा पार्टिकल फ्रॉम द सेंटर ऑफ द न्यूक्लियस। परपेंडिकुलर of the velocity vector, the velocity vector of alpha particle। ठीक है, ओदा perpendicular distance from the nucleus, nucleus दे perpendicular distance। ठीक है, ते इन्हां चीज़ां दे उत्ते डिपेंड करदा। हुण इस चीज़ नूं भी तुसीं चंगी तरह समझ गए होवोगे। पहला की सीगा, जदों इंपैक्ट पैरामीटर लार्ज है दैट मीनस बी दी वैल्यू ज्यादा, जिन्ना बी वधदा जाऊगा उन्ना ही मेरा जिहड़ा अल्फा पार्टिकल है वो अनडिफ्लैक्टेड निकलदा जाएगा। पिछली एनीमेशन दे विच भी देखिया सीगा, जिन्ना मेरा इंपैक्ट पैरामीटर घटदा जाऊगा, दिस इज लेस है ना, जिन्ना घटदा जाऊगा दैट मीन्स उन्नी ही डिफ्लैक्शन है जिहड़ी मेरी वो वधदी जाऊगी, जिहड़ी स्कैटरिंग है जिहड़ी मेरी वो लार्ज एंगल दे हुंदी जाऊगी। और अगर मेरा हेड ऑन कोलिजन ही हो गया मतलब सीधा जाके उहदे च टकराया तो 180 ते वापस आ जाऊगा, है ना। हुण ਅਸੀਂ ਕੀ ਪੜਿਆ, ਸਭ ਤੋਂ ਪਹਿਲਾਂ ਅਸੀਂ ਥੌਮਸਨ ਮਾਡਲ ਪੜਿਆ। ਥੌਮਸਨ ਮਾਡਲ ਦੇ ਵਿੱਚ ਸਿੰਪਲ ਉਹਨੇ ਥੋੜਾ ਹੀ ਐਕਸਪਲੇਨ ਕੀਤਾ ਸੀ। ਥੌਮਸਨ ਤੋਂ ਬਾਅਦ ਉਹਦੀਆਂ ਕੁਝ ਲਿਮਿਟੇਸ਼ਨ ਸੀ, ਉਹਨੇ ਆ ਸਾਰੀਆਂ ਚੀਜ਼ਾਂ ਐਕਸਪਲੇਨ ਨਹੀਂ ਕੀਤੀਆਂ ਸੀਗੀਆਂ। ਠੀਕ ਹੈ, ਥੌਮਸਨ ਤੋਂ ਬਾਅਦ ਰਦਰਫੋਰਡ ਨੇ ਐਕਸਪੈਰੀਮੈਂਟ ਕੀਤਾ। ਰਦਰਫੋਰਡ ਨੇ ਕਿਆ ਕਿਆ ਕੀਤਾ, मतलब उन्हें ये चीज नूं देखा कि एटम दे विच एक्चुअली पिया की है, किथे न्यूक्लियस है, कितनी स्पेस खाली है, किवें हो रहा उत्थे सारा कुछ। ठीक है, उहदे तो बाद उन्हें की कीता, अपने कोल डिस्टेंस ऑफ क्लोजेस्ट अप्रोच की डेफिनेशन दी और इंपैक्ट पैरामीटर की डेफिनेशन दी। बट रुदरफोर्ड एक्सपेरीमेंट दियां भी कुछ लिमिटेशंस सी। वो लिमिटेशंस क्या सीगियां, फर्स्ट वो कह रहा कि अगर मेरे कोल जिहड़ा इलेक्ट्रॉन है वो न्यूक्लियस दे अराउंड रिवॉल्व कर रहा, जदों रिवॉल्व कर रहा दैट मीनस उत्थे कोई एनर्जी लग रही है। सपोज वो ईएम एनर्जी है तो वो की होगी, कंटिन्यूली लूज होंदी रहेगी। ठीक है, जदों कंटिन्यूली लूज होंदी रहेगी एंड मूव इन द ऑर्बिट ग्रेजुअली डिक्रीजिंग रेडियाई, वो अपनी रेडियस नू डिक्रीज करता जाएगा। तो इलेक्ट्रॉन शुड फॉलो अ स्पाइरल पाथ होएगा एंड फॉलो इनटू द एंड फॉल इनटू द न्यूक्लियस। बट द रदरफोर्ड मॉडल कैन नॉट एक्सप्लेन द स्टेबिलिटी ऑफ द एटम। मतलब उन्हें ये तो दसता कि इलेक्ट्रॉन ਉਹਦੇ अराउंड रिवॉल्व करते ने, बट वो ये नहीं दस सकिया सीगा कि वो किहड़ी एनर्जी नाल रिवॉल्व करते ने, वो कित्थे रिवॉल्व करते ने।
ਤਾਂ ਉਦੋਂ ਇੱਕ ਕੰਸੀਡਰੇਸ਼ਨ ਲਈ ਗਈ ਕਿ ਅਗਰ ਇਲੈਕਟ੍ਰੋਨ ਨੇ ਜਿਹੜੇ ਉਹਦੇ ਅਰਾਊਂਡ ਰਿਵੋਲਵ ਕਰਦੇ ਨੇ ਤਾਂ ਜਿਹੜੀ ਉਹ એનર્ਜੀ ਲਾਸ ਕਰਦੇ ਨੇ ਉਹ ਲਾਸ ਕਰਦੇ ਗਏ, ਮਤਲਬ ਆਪਦੀ એનર્ਜੀ ਨੂੰ ਲੂਜ਼ ਕਰਦੇ ਕਰਦੇ ਆਕਰਸ਼ ਜਾ ਕੇ ਨਿਊਕਲੀਅਸ 'ਚ ਗਿਰ ਜਾਣਗੇ, ਹੈ ਨਾ। ਐਂਡ ਸੈਕੰਡ ਥਿੰਗ ਕੀ ਹੈ ਕਿ ਇਲੈਕਟ੍ਰੋਨ ਹੈ ਜਿਹੜੇ ਉਹ ਇਨਵਰਡ ਸਪਾਇਰਲ ਕਰ ਰਹੇ ਨੇ, ਠੀਕ ਹੈ। frequency would change continually, frequency भी change हो रही है, so frequency of the emitted light will also change, ਉਹ light ਦੀ frequency भी change ਹੋ ਰਹੀ ਹੈ। they would emit a continuous spectrum that is a line spectrum, ਉਹਨੂੰ ਵੀ ਰੁਦਰਫੋਰਡ ਹੈ ਜਿਹੜਾ ਉਹ explain ਨਹੀਂ ਕਰ ਪਾਇਆ ਸੀ। ਤੇ ਐਨੀਮੇਸ਼ਨ ਨੂੰ ਤੁਸੀਂ ਚੰਗੀ ਤਰ੍ਹਾਂ ਸਮਝੋਗੇ ਕੀ ਹੈ। suppose same ਉਹੀ ਚੀਜ਼, ਮੇਰੇ ਕੋਲ ਐਟਮ ਹੈ, ਐਟਮ ਦੇ ਅੰਦਰ ਮੇਰਾ ਕੀ ਹੈ, ਨਿਊਕਲੀਅਸ है ना, पॉजिटिव चार्ज है, ਜਿਹੜਾ ਮੇਰਾ ਇਲੈਕਟ੍ਰੋਨ ਹੈ, ਇਲੈਕਟ੍ਰੋਨ ਸਪਾਇਰਲ ਕਰ ਰਿਹਾ, ਠੀਕ ਹੈ। ਇੱਥੇ ਦੇਖੋ ਹੁਣ this is nuclear, ਇਲੈਕਟ੍ਰੋਨ એનર્ਜੀ ਲੂਜ਼ ਕਰਦਾ ਹੋਇਆ, ਸਪਾਇਰਲ ਕਰਦਾ ਹੋਇਆ ਅੰਦਰ ਹੀ ਗਿਰ ਜਾਊਗਾ, ਠੀਕ ਹੈ। ਬਟ ਐਵੇਂ ਦਾ ਤਾਂ ਨਹੀਂ ਹੋਣਾ ਚਾਹੀਦਾ। ਇਸ ਤੋਂ ਬਾਅਦ ਰੁਦਰਫੋਰਡ ਦੀ ਲਿਮਿਟੇਸ਼ਨਸ ਤੋਂ ਬਾਅਦ ਜਿਹੜਾ ਸੀ ਬੋਹਰ ਆਇਆ ਸੀ। ਬੋਹਰ ਇੱਕ ਇਦਾਂ ਦਾ ਸਾਇੰਟਿਸਟ ਸੀ ਜਿਹਨੇ ਐਕਸਪਲੇਨ ਕੀਤਾ ਸੀਗਾ ਪਲੈਨੇਟਰੀ ਮਾਡਲ ऑफ एटम, जिहदे विच उहने ये कहा सीगा कि नहीं इलैक्ट्रॉन ने जिहड़े ओ एनर्जी लॉस नहीं करदे, ओनू क्वांटाइज्ड कंडीशन बोलदे ने। उन्हें कहा कि नहीं वो हर ऑर्बिट दे विच मूव करने ने, एनर्जी जिहदी n इज इक्वल्स टू 1 ते होगी, n इज इक्वल्स टू 1 ते मूव करेगा, 2 ते मूव करेगा, ऑर्बिट्स दे विच मूव करनगे, ठीक है। जिवें इलैक्ट्रॉन ऑर्बिट्स च मूव कीता, ठीक है, जिहड़ा दूसरा है वो दूसरे ऑर्बिट दे विच मूव करदा रहेगा, तीसरा है तीसरे ऑर्बिट दे विच मूव करता रहेगा, ठीक है। इनू असी की कहने आ, बोहर्स क्वांटाइजेशन कंडीशन इंपॉर्टेंट है बहुत, ठीक है। ਉਹਦੇ ਵਿੱਚ ਉਹਨੇ ਕੀ ਕਿਹਾ ਕਿ ਜਿਹੜਾ ਮੇਰਾ ਸਰਕਮਫਰੈਂਸ ਆਫ ਦ ਸਰਕਲ 2 ਪਾਈ r ਕੀ ਦੇ ਇਕੁਅਲ ਹੋਏਗੀ n ਲੈਮਡਾ ਦੇ ਵਿੱਚ, ਜਿਹੜੀ n ਹੈ ਉਹ ਵੇਰੀ ਕਰੇਗੀ 1 2 3 4, ਠੀਕ ਹੈ। ਤੇ ਸਾਨੂੰ ਜਿਹੜਾ डी ब्रॉगली हाइपोथेसिस है वो की कहंदा लैम्डा इज इक्वल्स टू h अपॉन m, भी ਆਪਾਂ पढ़ चुके हैं, ठीक है। ਤਾਂ इथों वैल्यू ले ली ਆਪਾਂ, वैल्यू ਦੇ अकॉर्डिंगली ਜਾਂ ਅਸੀਂ ਕਹਿ ਦੋ ਇੱਥੇ ਅਸੀਂ लैम्डा ਦੀ वैल्यू पुट करती, क्या आ गया 2 पाई इज इक्वल्स टू nh बाय mv, ठीक है। तो mvr इधर चला गया, 2 पाई इधर चला गया, ठीक है। तो ਇਹਨੂੰ ਅਸੀਂ ਕਿੱਦਾਂ ਲਿਖ ਸਕਦੇ ਹਾਂ, एंगुलर मोमेंटम, ਇਹਨੂੰ ਅਸੀਂ l इज इक्वल्स टू nh by 2 pi, that means ਜਿਹੜੇ ਅਸੀਂ ਇਸ ਤੋਂ ਪਹਿਲਾਂ ਰੁਦਰਫੋਰਡ ਐਕਸਪੈਰੀਮੈਂਟ ਦੇ ਵਿੱਚ ਐਂਗੂਲਰ ਮੋਮੈਂਟਮ ਦੀ ਗੱਲ ਕੀਤੀ ਸੀ, ਉਹ ਐਕਸਪਲੇਨ ਕਿਹਨੇ ਕੀਤਾ ਸੀ, ਬੋਹਰ ਨੇ ਐਕਸਪਲੇਨ ਕੀਤਾ, ਠੀਕ ਹੈ, ਜਿਹਨੂੰ ਅਸੀਂ ਕੀ ਬੋਲ ਦਿੰਦੇ ਆ, ਬੋਹਰਸ ਕੁਆਂਟਾਈਜ਼ਡ ਕੰਡੀਸ਼ਨ। ਕਲੀਅਰ। ਹੁਣ ਇਹੀ ਇਹਦੇ ਪੋਸਟੂਲੇਟਸ ਨੇ ਬੋਹਰ ਥਿਊਰੀ ਦੇ। ਪਹਿਲਾ ਉਹਨੇ ਕਿਆ ਐਕਸਪਲੇਨ ਕੀਤਾ, ਨਿਊਕਲੀਅਰ ਕਨਸੈਪਟ, ਉਹਦੇ ਨਾਲ ਉਹਨੇ ਕੀ ਕਿਹਾ ਕਿ ਜਿਹੜਾ ਐਟਮ ਹੈ ਉਹ ਸਮॉल ਮੈਸਿਵ ਸੈਂਟਰਲ ਕੋਰ ਦਾ ਬਣਿਆ ਹੋਇਆ, ਜਿਹਨੂੰ ਅਸੀਂ ਕੀ ਬੋਲਦੇ ਨੇ, ਨਿਊਕਲੀਅਸ, ਜਿਹੜਾ ਅੰਦਰ ਹੈ, ਠੀਕ ਹੈ। ਤੇ ਉਹਦੇ ਅਰਾਊਂਡ ਜਿਹੜੇ ਇਲੈਕਟ੍ਰੋਨਸ ਨੇ ਉਹ ਮੂਵ ਕਰਦੇ ਨੇ। ਜਿਹੜਾ ਸੈਕੰਡ ਕਨਸੈਪਟ ਸੀਗਾ ਉਹ ਕੀ ਆ, ਕੁਆਂਟਮ ਕੰਡੀਸ਼ਨ ਦਿੱਤੀ ਉਹਨੇ, ਕੀ ਕਿਹਾ ਕਿ ਜਿਹੜੇ ਸਾਰੇ ਆਲੇ ਦੁਆਲੇ ਉਹਦੇ ਸਰਕੂਲਰ ऑर्बिट्स ਨੇਗੇ, ਠੀਕ ਹੈ, ਉਹ ਕਿਹੜੇ ਐਂਗੂਲਰ मोमेंटम ਦੇ ਨਾਲ ਕਰਨਗੇ, ਜਿਨ੍ਹਾਂ ਦਾ ਉਹ ਸਾਰੇ ਐਂਗੂਲਰ ਸਾਰੇ ਮਲਟੀਪਲ ਹੋਣਗੇ ਕਿਹਦੇ, h by 2 ਪਾਈ ਦੇ, ਮਤਲਬ ਇਸ ਐਂਗੂਲਰ मोमेंटम ਦੇ ਨਾਲ ਉਹਦੇ ਅਰਾਊਂਡ ਨੇ ਜਿਹੜੇ ਉਹ ਮੂਵ ਕਰਨਗੇ। ਥਰਡ ਕੀ ਸੀਗਾ, ਸਟੇਸ਼ਨਰੀ ऑर्बिट, मतलब ਸਾਰੇ ਜਿਹੜੇ while revolving in permissive orbit an electron do not radiate energy, these non radiate orbits are called stationary orbit। ਜਿਹੜਾ ਸੀ ਰੁਦਰਫੋਰਡ ਨੂੰ ਕਿਹਾ ਸੀਗਾ ਕਿ ਉਹ ਇਲੈਕਟ੍ਰੋਨ ਹੈ ਜਿਹੜੇ ਉਹ एनर्जी लॉस करते रहणगे, कोई एनर्जी लॉस नहीं हुंदी हैगी, ठीक है। वो कहंदे कोई एनर्जी लॉस नहीं हुंदी, वो सारे नॉन रेडिएटिंग ऑर्बिट्स होणगे ते उन्हां नूं असीं की कह दिंदे आ, स्टेशनरी ऑर्बिट कह दिंदे आ, ठीक है। लास्ट किहड़ी सी, फ्रीक्वेंसी कंडीशन सी। फ्रीक्वेंसी कंडीशन दे विच की कहा सीगा कि सपोज एक लोअर ऑर्बिट है, एक हायर ऑर्बिट है, जे इलैक्ट्रॉन ने उपरों नीचे आना तो कुछ एनर्जी लॉस कर देगा, जे इलैक्ट्रॉन ने नीचों ऊपर जाना तो कुछ एनर्जी गेन कर लेगा, ठीक है। इन्हों एनिमेशन च देख लेने आ। सपोज दीज आर 2 एनर्जी लेवल्स यानी ऑर्बिट्स, ठीक है। इहदा E1 एनर्जी लेवल है, इहदा E2 एनर्जी लेवल है, इलैक्ट्रॉन उपरों आ रहा, दैट मीनस उन्हें की h न्यू एनर्जी है जिहड़ी ओह
लॉस की। अगर इलेक्ट्रॉन ने इस साइड तो E1 तो E2 ਦੇ ਵਿੱਚ ਜਾਣਾ तो H न्यू एनर्जी है ਜਿਹੜਾ वो गेन कर लेगा। ठीक है, सो फॉर टुडे ਅਸੀਂ ਪੋਸਟੂਲੇਟਸ ਆਫ ਬੋਰ ਥਿਊਰੀ ਤੱਕ ਸਟੱਡੀ ਕਰਦੇ ਹਾਂ। ਨੈਕਸਟ ਲੈਕਚਰ ਦੇ ਵਿੱਚ ਅਸੀਂ ਹਾਈਡਰੋਜਨ ਐਟਮ ਦਾ ਜਿਹੜਾ ਸਪੈਕਟਰਮ ਸੀ ਉਹ ਬੋਰ ਨੇ ਐਕਸਪਲੇਨ ਕੀਤਾ ਸੀ, ਉਹਨੂੰ ਸਟੱਡੀ ਕਰਾਂਗੇ। ਸੋ ਦਿਸ ਇਜ਼ ਆਲ ਫॉर ਟੁਡੇ। क्लियर है ਤੁਹਾਨੂੰ? सब तो पहला थॉमसन आया। थॉमसन ने क्या किया? थॉमसन ने एक्सप्लेन किया प्लम पुडिंग मॉडल, बट ਉਹਦੀਆਂ कुछ लिमिटेशन सी। ठीक है, उस थॉमसन तो बाद रुदरफोर्ड आया। रुदरफोर्ड ने उन्ना सारिया चीज़ों ਨੂੰ एक्सप्लेन किया बाय डूइंग द अल्फा स्कैटरिंग एक्सपेरिमेंट। ਉਹਦੀਆਂ कुछ ਜਿਹੜੀਆਂ ਸਾਡੇ ਕੋਲ अच्छियां मतलब गल्लां सी ਉਹਨੇ एक्सप्लेन कीतियां, बट ਉਹ भी कुछ चीज़ां एक्सप्लेन नहीं कर पाया, जिवें इलेक्ट्रॉन रेडिएट करता एनर्जी नूं, वो चीज़ां आके बोहर ने एक्सप्लेन कीतियां। इसे करके असीं बोहर दी पोस्टुलेशन पढ़ते हैं। पहला न्यूक्लियर कंसैप्ट, सैकेंड पहली उन्हें गल कही कि न्यूक्लियस हुंदा स्मॉल पॉजिटिव मैसिव। दूसरा क्वांटम कंडीशन, दैट मीनस L इज इक्वल्स टू h/2 पाई दे नाल ऑर्बिट्स दे विच रिवॉल्व करदा रहेगा। थर्ड, कोई भी इलेक्ट्रॉन है जिहड़ा वो एनर्जी रेडिएट नहीं करेगा। फोर्थ फ्रीक्वेंसी कंडीशन दे विच उन्हें क्या कि अगर इलेक्ट्रॉन ने हायर ऑर्बिट तो लोअर च जाना तो एनर्जी लूज करेगा, अगर उन्हें लोअर टू हायर जाना तो एनर्जी गेन करेगा। सो बाकी आपां नेक्स्ट लेक्चर दे विच करदे हां। सो दिस इज ऑल फॉर टुडे। अगर कोई डाउट है यू कैन आस्क मी। थैंक यू।